तू साहिब गुणी निधाना, तुमरी महिमा बरन ना सको। तू ठाकुर ऊच भगवाना, किरत कर्म के विछोड़े। कर कृपा मिलो राम, चार कुंट दै दिश भ्रमे। थक आए प्रभ की श्याम, वह प्रगट्यो मर्द अगमड़ा। वरयाम अकेला, वाह वाह गोबिंद सिंह। आपे गुर चेला, सतनाम। श्री वाहिगुरु साहिब जी, वैसाख धीरन क्यों वाडिया। जिन्ना प्रेम बिछोह, हर साजन पुरख विसार कै। लगी माया तो, वैसाख धीरन क्यों वाडिया। जिन्ना प्रेम बिछोह, हर साजन पुरख विसार कै। लगी माया तो, पुत्र कलतर ना संग तना। हर अविनाशी ओहो, पलच पलच सगली मोई। झूठे धंधे मोह, एक सहर के नाम बिन। अग्गे लईए खो, दयो विसार विगूचना। प्रभ बिन अबर न कोय, प्रीतम चरणी जो लगे। तिनके निर्मल सोए, नानक की प्रभ बेनती। प्रभ मिलो प्राप्त होए, वैसाख सुहावा तां लगे। जा संत भेटै हर सोए। वाहिगुरु जी का खालसा, वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ ਸਾਹਿਬ महाराज सच्चे पातशाह जी की पावन गुरु गोद विच ਅੱਜ ਦੇ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਜੋ ਕਿ ਸਾਲਾਨਾ ਮਹਾਨ ਗੁਰਮਤਿ ਸਮਾਗਮ ਨਾਨਕ ਵੈਸਾਖੀ ਪ੍ਰਭ ਭਾਵੇ। ਭਾਵੇਂ ਕਈ ਸੱਜਣ ਪ੍ਰਚਾਰਕ ਵੀਰ ਇਹ ਗੱਲ ਕਹਿ ਦਿੰਦੇ ਨੇ ਨਹੀਂ ਜੀ ਵੈਸਾਖੀ ਨਹੀਂ ਕਹਿਣਾ ਚਾਹੀਦਾ, ਫਿਰ ਗੁਰਬਾਣੀ ਦੇ ਵਿੱਚ ਕਿਉਂ ਲਿਖਿਆ ਨਾਨਕ ਵੈਸਾਖੀ ਪ੍ਰਭ ਭਾਵੇ। ਇਹਦੇ ਸੰਬੰਧ ਵਿੱਚ ਬੇਨਤੀ ਕਰਾਂਗੇ। ਤੋ ਸਾਲਾਨਾ ਮਹਾਨ ਗੁਰਮਤਿ ਸਮਾਗਮ ਵੈਸਾਖੀ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਪਾਂ ਜੁੜ ਬੈਠੇ ਹਾਂ। ਤੋ ਆਪ ਜੀ ਸਮੁੱਚੀਆਂ ਸੰਗਤਾਂ ਨੂੰ ਵੈਸਾਖੀ ਖਾਲਸਾ ਸਾਜਨਾ ਦਿਵਸ ਖਾਲਸਾ ਪ੍ਰਗਟ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਪਾਤਸ਼ਾਹ ਜੀ ਕਿਰਪਾ ਕਰਨ। ਆਓ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ ਮਾਝ ਰਾਗ ਦੇ ਵਿੱਚ 12 ਮਹਾ ਨਾਮਕ ਬਾਣੀ ਉਚਾਰਨ ਕੀਤੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਵਿੱਚ ਵੀ 12 ਮਹਾ ਨਾਮਕ ਬਾਣੀ ਉਚਾਰਨ ਕੀਤੀ ਹੈ, ਜਿਸ ਵਿੱਚ ਮੇਰੇ ਗੁਰੂ ਸਾਹਿਬ ਜੀ ਨੇ ਉੱਥੇ ਵੀ ਬਾਹਰਲੀ ਪ੍ਰਕਿਰਤੀ ਨੂੰ, ਬਾਹਰਲੇ ਮੌਸਮ ਨੂੰ, ਬਾਹਰੋਂ ਬਨਸਪਤੀ ਨੂੰ, ਉਹ ਸਾਰੀਆਂ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਦਿੱਤੀਆਂ ਨੇ। ਆ ਬੰਦ ਕਰ
ਗੁਰੂ ਸਾਹਿਬ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਤੋ ਅੱਜ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਵੈਸਾਖ ਦਾ ਜਿਹੜਾ ਮਹੀਨਾ ਹੈ, ਕੱਲ ਸ਼ਾਇਦ ਮੈਂ ਅਰਜ਼ ਕੀਤੀ ਸੀ ਕਿ ਇਸ ਮਹੀਨੇ ਨੂੰ ਜਿਹੜੇ ਜ਼ਿਮੀਂਦਾਰ ਨੇ, ਜਿਹੜੇ ਕਿਰਤੀ ਨੇ, ਜਿਹੜੇ ਮਿਹਨਤ ਕਿਰਤ ਕਰਨ ਵਾਲੇ ਨੇ, ਉਹ ਇਸ ਮਹੀਨੇ ਨੂੰ ਆਪਣੇ ਨਜ਼ਰੀਏ ਨਾਲ ਵੇਖਦੇ ਨੇ। ਉਹਨਾਂ ਦਾ ਨਜ਼ਰੀਆ ਬਿਲਕੁਲ ਠੀਕ ਹੈ, ਕਿਉਂਕਿ ਉਹ ਜ਼ਿਮੀਂਦਾਰ ਨੇ, ਖੇਤੀ ਕਰਨ ਵਾਲੇ। ਉਹ ਜਦੋਂ ਵੈਸਾਖ ਦਾ ਮਹੀਨਾ ਆਉਂਦਾ ਹੈ ਤੇ ਜ਼ਿਮੀਂਦਾਰ ਪਹਿਲਾਂ ਹੀ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੰਦਾ ਹੈ ਵੀ ਵੈਸਾਖ ਆ ਰਿਹਾ ਹੈ, ਲੋਕ ਖੁਸ਼ੀਆਂ ਮਨਾਉਂਦੇ ਨੇ, ਕਣਕਾਂ ਝੂਮਦੀਆਂ ਨੇ। ਆ ਤੁਸੀਂ ਕਈਆਂ ਨੇ ਦੇਖਿਆ ਸੋਸ਼ਲ ਮੀਡੀਆ ਰਾਹੀਂ, ਇੱਕ ਤੇ ਪਹਿਲਾਂ ਮੌਕੇ ਦੀਆਂ ਸਰਕਾਰਾਂ ਨੇ ਵਿਚਾਰੇ ਕਿਸਾਨਾਂ ਤੇ ਜ਼ੁਲਮ ਕੀਤਾ ਹੈ, ਇੱਕ ਕਈਆਂ ਦੀਆਂ ਵਿਚਾਰਿਆਂ ਦੀਆਂ ਪੱਕੀਆਂ ਪਕਾਈਆਂ ਪੁੱਤਰਾਂ ਵਾਂਗ ਪਾਲੀਆਂ ਕਣਕਾਂ ਫਸਲਾਂ ਸੜ ਕੇ ਸਵਾਹ ਹੋ ਗਈਆਂ, ਕਿਉਂਕਿ ਬਿਜਲੀ ਦਾ ਸਿਸਟਮ ਹੀ ਇਦਾਂ ਦਾ ਹੈ। ਚਾਰ ਖੰਭੇ ਤਾਰਾਂ ਵਿੱਚ ਦੀ ਲੰਘਦੀਆਂ ਨੇ, ਕੁਝ ਨਾ ਕੁਝ ਤਾਰਾਂ ਮਿਲਦੀਆਂ ਤੇ ਅੱਗ ਲੱਗ ਜਾਂਦੀ ਹੈ। ਤੇ ਮੈਂ ਕਈ ਦਫਾ ਸੋਚਦਾ ਕਿ ਜਿਹੜਾ ਕਿਸਾਨ ਪੂਰੀ ਦੁਨੀਆ ਦਾ ਸਭ ਦਾ ਢਿੱਡ ਭਰਨ ਵਾਲਾ ਹੈ, ਸਾਰੇ ਉਹ ਕਿਸਾਨਾਂ ਦੇ ਕੋਲ ਜਦੋਂ ਕਣਕਾਂ ਪੱਕ ਜਾਂਦੀਆਂ, ਕਣਕਾਂ ਕੱਢ ਲਈਆਂ ਜਾਂਦੀਆਂ ਨੇ, ਤੇ ਮੇਰੇ ਵਰਗੇ ਬੜੇ ਨੇ ਜਿਹੜੇ ਕੈਂਟਰ ਵੱਡੇ ਵੱਡੇ ਲਿਆ ਕੇ 10-10 ਬੋਰੀਆਂ ਅਗਲੇ ਦੇ ਬੂਹੇ ਅੱਗੇ ਸੁੱਟ ਦਿੰਦੇ ਨੇ। ਲਓ ਜੀ, ਤੁਹਾਨੂੰ ਸੇਵਾ ਲਾਤੀ ਬਾਬਾ ਜੀ ਨੇ। ਹੱਦ ਹੋ ਗਈ, 10 ਬੋਰੀਆਂ ਉਹ ਸੇਵਾ ਲਾਤੀ ਕਿ ਸਜ਼ਾ ਲਾਤੀ? ਸ਼ਰਧਾ ਭਾਵਨਾ ਨਾਲ ਭਾਵੇਂ ਕੋਈ ਕੌਲੀ ਕਣਕ ਦੀ ਪਾਵੇ, ਭਾਵੇਂ ਅੱਧੀ ਬੋਰੀ ਪਾਵੇ। ਤੇ ਜਿਨ੍ਹਾਂ ਲੋਕਾਂ ਨੇ ਇੰਨੀਆਂ ਕਣਕਾਂ ਪਹਿਲਾਂ ਜ਼ਿਮੀਂਦਾਰਾਂ ਤੋਂ ਇਕੱਠੀਆਂ ਕਰ ਲੀਆਂ, ਖਿਮਾ ਕਰਿਓ, ਸੁਣਨ ਦਾ ਤਰੀਕਾ ਆਪੋ ਆਪਣਾ ਹੁੰਦਾ ਵੀ ਕੋਈ ਬੰਦਾ ਕਿਸੇ ਗੱਲ ਨੂੰ ਕਿਸ ਤਰੀਕੇ ਨਾਲ ਸੁਣਦਾ ਹੈ। ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਵੀ ਜੇ ਕਿਸਾਨ ਵੀਰ ਭਰਾਵਾਂ ਦੀਆਂ ਕਣਕਾਂ ਸੜ ਜਾਂਦੀਆਂ ਨੇ, ਤਾਂ ਫਿਰ ਜਿਹੜੇ ਲੋਕ ਕਦੀ ਬੋਰੀਆਂ ਲੈ ਕੇ ਆਉਂਦੇ ਸਨ, ਹੁਣ ਉਹਨਾਂ ਬਾਬਿਆਂ ਨੂੰ ਚਾਹੀਦਾ ਹੈ ਕਿ ਇਹ ਕਿਸਾਨ ਪਹਿਲਾਂ ਸਾਡੀ ਮਦਦ ਕਰਦੇ ਰਹੇ। ਜੇ ਇਹਨਾਂ ਵਿਚਾਰਿਆਂ ਦੀ ਕਣਕ ਸੜ ਗਈ ਹੈ ਤੇ ਆਓ ਭਾਈ ਸਾਡੇ ਤੋਂ ਲੈ ਲਓ। ਤੇ ਉਹ ਵਿਚਾਰੇ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਵਰਗਿਆਂ ਨੂੰ ਦੁਹਾਈਆਂ ਦਿੰਦੇ ਨੇ। ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ ਵੀ ਕੋਈ ਇਸ ਵਿਸਾਖ ਦੇ ਮਹੀਨੇ ਨੂੰ ਇਸ ਨਜ਼ਰੀਏ ਨਾਲ ਵੇਖਦਾ ਕਿ ਕਣਕ ਪੱਕ ਗਈ, ਤੇ ਕੋਈ ਇਹਨੂੰ ਵੇਖਦਾ ਕਿ ਨਵਾਂ ਮਹੀਨਾ ਸ਼ੁਰੂ ਹੋਇਆ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ 1 ਵਿਸਾਖ ਨੂੰ ਹੀ ਹੋਇਆ। 1 ਵਿਸਾਖ ਨੂੰ ਹੀ ਵੇਖੋ, ਪਹਿਲੇ ਪਾਤਸ਼ਾਹ ਦੀ ਸੋਚ ਨੂੰ ਵੇਖੋ। ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ 1 ਵਿਸਾਖ ਨੂੰ, ਤੇ ਉਹੀ ਪਾਤਸ਼ਾਹ ਜੀ ਜਦੋਂ 10ਵੇਂ ਜਾਮੇ ਦੇ ਵਿੱਚ ਆਉਂਦੇ ਨੇ, ਉਹੀ ਜੋਤ ਸਰੀਰ ਬਦਲਦੇ ਨੇ, ਤੇ ਫਿਰ ਉਹੀ ਜੋਤ ਫਿਰ 1 ਵਿਸਾਖ ਨੂੰ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਜਾਂਦੀ ਹੈ। ਆਓ ਨਾਲੋਂ ਨਾਲ ਸ਼ਬਦ ਨੂੰ ਵੀ ਆਪਾਂ ਲੈ ਲਈਏ। ਗੁਰੂ ਸਾਹਿਬ ਜੀ ਮਿਹਰ ਕਰਨ, ਕਿਉਂਕਿ ਇਹ ਜਿਹੜੀ 12 ਮਹਾਨਾਮ ਦੀ ਪਾਵਨ ਬਾਣੀ ਹੈ ਨਾ, ਜਦੋਂ ਆਪਾਂ ਇਹਨੂੰ ਗੌਰ ਨਾਲ ਪੜ੍ਹੀਏ, ਪਿੰਡਾਂ 'ਚੋਂ ਆਪਾਂ ਆਏ ਆ, ਉਦੋਂ ਕੋਈ ਪ੍ਰਚਾਰ ਦਾ ਮੇਰੇ ਖਿਆਲ 'ਚ ਬਹੁਤਾ ਸਾਧਨ ਵੀ ਨਹੀਂ ਸੀ। ਵਿਚਾਰਾ ਜਿਹੜਾ ਕੋਈ ਗ੍ਰੰਥੀ ਸਿੰਘ ਜਾਂ ਭਾਈ ਹੁੰਦਾ ਸੀ, ਉਹ ਵਿਚਾਰਾ ਫਿਰ ਇਹੀ ਕਹਿੰਦਾ ਸੀ, ਆਓ ਭਾਈ ਅੱਜ ਸੰਗਰਾਂਦ ਹੈ, ਮੱਥਾ ਟੇਕੋ, ਪ੍ਰਸ਼ਾਦ ਛਕੋ, ਦੇਗਾਂ ਚੜਾਓ ਤੇ ਜਾਓ। ਪਰ ਉਹ ਗੁਰਮਤਿ ਦੀ ਵਿਚਾਰ ਨਾ ਤਾਂ ਉਹ ਕਰ ਸਕਦਾ ਸੀ, ਤੇ ਨਾ ਹੀ ਲੋਕ ਸੁਣਦੇ ਵੀ ਨਹੀਂ ਸਨ, ਸੱਚਾਈ ਸੁਣਦੇ ਵੀ ਨਹੀਂ ਸਨ। ਪਰ 12 ਮਹਾਂ ਦੀ ਜੀ ਬਾਣੀ ਨੂੰ ਆਪਾਂ ਗੌਰ ਨਾਲ ਪੜ੍ਹੀਏ, ਜੇ ਵਿਚਾਰੀਏ ਨਾ, ਤਾਂ ਪਤਾ ਲੱਗੇਗਾ ਕਿ ਗੁਰੂ ਜੀ ਨੇ ਹਰ ਮਹੀਨੇ ਨੂੰ ਕੁਦਰਤੀ ਨਜ਼ਾਰਿਆਂ ਦੇ ਸੁਭਾਅ ਦੇ ਨਾਲ ਮੇਲ ਕੇ ਗੁਰੂ ਸਾਹਿਬ ਜੀ ਨੇ ਸਾਡੀ ਗੱਲ ਕੀਤੀ ਹੈ। ਕੁਦਰਤੀ ਨਜ਼ਾਰਿਆਂ ਨੂੰ ਅਤੇ ਰੁੱਤਾਂ ਦੇ ਸੁਭਾਅ ਨੂੰ ਗੁਰੂ ਸਾਹਿਬ ਜੀ ਨੇ ਮਨੁੱਖ ਦੇ ਸੁਭਾਅ ਦੇ ਨਾਲ ਢੁਕਾਇਆ ਹੈ, ਔਰ ਜੀਵਨ ਉੱਤੇ ਵੀ ਘਟਾਉਂਦੇ ਨੇ। ਜਿਵੇਂ ਸਾਉਣ ਮਹੀਨੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਾਰਿਸ਼, ਮੀਂਹ ਆਦਿਕ ਦੀਆਂ ਉਦਾਹਰਨਾਂ ਦਿੱਤੀਆਂ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਿਹੜਾ ਅੱਜ ਦਾ ਮਹੀਨਾ ਹੈ, ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਕਿਹੜੀਆਂ ਉਦਾਹਰਨਾਂ ਦੇ ਰਹੇ ਨੇ। ਆਓ ਆਪਾਂ ਸ਼ਬਦ ਦੀ ਰੌਸ਼ਨੀ ਦੇ ਵਿੱਚ ਸਮਝੀਏ ਵੀ ਅਸਲ ਵਿਸਾਖੀ ਹੈ ਕੀ।
ਵਿਸਾਖੀ ਲੋਕ ਮਨਾਉਂਦੇ ਨੇ, ਕੋਈ ਢੋਲ ਢਮੱਕੇ ਵਜਾ ਕੇ ਵੀ ਵਿਸਾਖੀ ਮਨਾਉਂਦੇ ਨੇ, ਨੱਚ ਟੱਪ ਕੇ ਵੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ। ਉਹ ਬਾਹਰਲੀ ਖੁਸ਼ੀ ਹੈ, ਕੁਝ ਸਮੇਂ ਦੀ ਖੁਸ਼ੀ ਹੈ, ਪਰ ਜਿਹੜੀ ਅੰਤਰ ਆਤਮਿਕ ਖੁਸ਼ੀ ਹੈ ਨਾ, ਉਹ ਖੁਸ਼ੀ ਸਾਨੂੰ ਗੁਰਬਾਣੀ ਰਾਹੀਂ ਮਿਲਦੀ ਹੈ। ਪਾਤਸ਼ਾਹ ਕਿਰਪਾ ਕਰਦੇ ਨੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਹੜਾ ਆਰੰਭ ਵਾਲਾ ਮੰਗਲਾ ਚਰਨ ਹੈ, 12 ਪੌੜੀਆਂ ਨੇ, ਜੇ ਗਿਣਾਂਗੇ ਤੇ 14 ਨੇ, ਪਰ 12 ਪੌੜੀਆਂ 12 ਮਹੀਨਿਆਂ ਦੀਆਂ ਉਦਾਹਰਨਾਂ ਨੇ। ਤੇ ਆਰੰਭ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ। ਬੰਦੇ ਤੋਂ ਗਲਤੀ ਹੋ ਜੇ, ਮੈਂ ਹਮੇਸ਼ਾ ਅਰਜ਼ ਕਰਦਾ, ਉਹ ਝੱਟ ਦੇਖਦਾ, ਉਹ ਕਹਿੰਦਾ ਨਾਂ ਕਿਹਦਾ ਲਾਉਣਾ ਹੈ। ਗਲਤੀ ਆਪ ਤੋਂ ਹੋ ਜੇ ਨਾ, ਜਾਂ ਕੋਈ ਚੀਜ਼ ਟੁੱਟ ਭੱਜ ਜੇ, ਘਰੇ ਖਰਾਬ ਹੋ ਜੇ, ਉਹ ਨਾਂ ਦੀ ਨਾਲ ਹੀ ਕਹਿੰਦਾ ਵੀ ਕਿਹਦਾ ਨਾਂ ਲਾਈਏ ਹੁਣ। ਪਰ ਗੁਰੂ ਸਾਹਿਬ ਇੱਥੇ ਕੀ ਕਹਿੰਦੇ ਨੇ? ਕਹਿੰਦੇ ਜੇ ਕੋਈ ਤੇਰੇ ਤੋਂ ਕੁਝ ਮਾੜੀ ਘਟਨਾ ਘਟੀ ਹੈ, ਜੋ ਕੁਝ ਵੀ ਹੋਇਆ, ਜੋ ਕੁਝ ਤੈਨੂੰ ਮਿਲਿਆ ਹੈ, ਇਹਦੇ ਵਿੱਚ ਤੂੰ ਪਰਮਾਤਮਾ ਨੂੰ ਦੋਸ਼ੀ ਨਹੀਂ ਠਹਿਰਾਉਣਾ। ਪਰਮਾਤਮਾ ਨੂੰ ਕਈ ਦਫਾ ਪਰਮਾਤਮਾ ਤੁਹਾਡੇ ਥੋੜੀ ਜੀ ਘਟਨਾ ਦੇ ਵਿੱਚੋਂ ਬਹੁਤ ਵੱਡਾ ਦੁੱਖ ਟਾਲ ਦਿੰਦਾ ਤੇ ਉਹਦੇ ਵਿੱਚੋਂ ਤੁਹਾਡੀ ਨਵੀਂ ਜ਼ਿੰਦਗੀ ਸ਼ੁਰੂਆਤ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ ਹੈ ਪ੍ਰਮਾਤਮਾ ਜੀ। ਸਤਿਗੁਰੂ ਆਪ ਆਪਣੇ ਤੇ ਬਾਣੀ ਢੁਕਾ ਕੇ ਉਪਦੇਸ਼ ਖਲਕਤ ਨੂੰ ਦਿੰਦੇ ਨੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ ਤਾਂ ਦੋਸ਼ ਹੀ ਕੋਈ ਨਹੀਂ ਹੈ, ਉਹ ਤੇ ਬਾਣੀ ਦੇ ਖਜ਼ਾਨੇ ਨੇ, ਬਾਣੀ ਦੇ ਝਰਨੇ ਉਹਨਾਂ ਦੇ ਅੰਦਰੋਂ ਨਿਕਲ ਰਹੇ ਨੇ, ਪਰ ਆਪਣੇ ਤੇ ਢੁਕਾ ਕੇ ਉਪਦੇਸ਼ ਦੂਜਿਆਂ ਨੂੰ ਦਿੰਦੇ ਨੇ। ਕਿਰਤ ਕਰਮ ਕੇ ਵਿਛੜੇ, ਹੇ ਵਾਹਿਗੁਰੂ ਅਸੀਂ ਕੀਤੇ ਹੋਏ ਕਰਮਾਂ ਕਰਕੇ ਤੁਹਾਡੇ ਤੋਂ ਵਿਛੜੇ ਹਾਂ। ਵਿਛੜੇ ਹਾਂ ਤੇਰੇ ਸੁੱਖ ਤੋਂ, ਵਿਛੜੇ ਹਾਂ ਤੁਹਾਡੀਆਂ ਖੁਸ਼ੀਆਂ ਤੋਂ, ਵਿਛੜੇ ਹਾਂ ਤੁਹਾਡੇ ਆਤਮਿਕ ਆਨੰਦ ਤੋਂ। ਜੇ ਉਮਰਾਂ ਲੰਘਣ ਤੋਂ ਬਾਅਦ ਵੀ ਬੰਦੇ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਜ਼ਿੰਦਗੀ ਜਿਉਣੀ ਕਿਸ ਤਰ੍ਹਾਂ ਹੈ, ਤੇ ਫਿਰ ਜਦੋਂ ਉਹ ਪਿਆ ਹੋਵੇ ਹਸਪੀਟਲ ਵਿੱਚ, ਜੇ ਕਵੇ ਵੀ 4 ਸਵਾਸ ਹੋਰ ਆ ਜਾਣ, ਤਾਂ ਫਿਰ ਰੱਬ ਵੀ ਕਹੂਗਾ ਵੀ ਤੈਨੂੰ ਕਰੋੜਾਂ ਦਿੱਤੇ, ਉਦੋਂ ਨਹੀਂ ਤੂੰ ਕੁਝ ਕੀਤਾ, ਹੁਣ 4 ਨਾਲ ਤੂੰ ਕਿਹੜੀ ਜੰਗ ਜਿੱਤ ਲੈਣੀ ਹੈ। ਕਿਰਤ ਕਰਮ ਕੇ ਵਿਛੜੇ, ਕੀਤੇ ਕਰਮਾਂ ਕਰਕੇ ਇਹ ਜੀਵ ਆਤਮਾ ਪਰਮਾਤਮਾ ਤੋਂ ਵਿਛੜੀ ਹੈ। ਪਰ ਕੀਤਾ ਕੀ ਜਾਏ? ਤੇ ਸਤਿਗੁਰੂ ਜੀ ਕਹਿੰਦੇ ਉਪਾਅ ਵੀ ਦੱਸ ਰਹੇ ਨੇ, ਇਹ ਵੀ ਦੱਸ ਰਹੇ ਨੇ ਤੁਸੀਂ ਵਿਛੜੇ ਕਿਉਂ ਹੋ। ਦੱਸ ਇਹ ਵੀ ਰਹੇ ਨੇ ਵੀ ਜੇ ਵਿਛੜ ਗਏ ਤੇ ਕਰਨਾ ਕੀ ਚਾਹੀਦਾ। ਕਹਿੰਦੇ ਕਰ ਕਿਰਪਾ ਮੇਲੋ ਰਾਮ। ਹੁਣ ਕਿਰਪਾ ਕਰੋ, ਹੇ ਰਮੇ ਹੋਏ ਪ੍ਰਮਾਤਮਾ ਜੀ, ਚਰਨਾਂ ਦੇ ਨਾਲ ਜੋੜ ਲਓ। 4 ਕੁੰਟ ਦਹਿ ਦਿਸ਼ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਦੇ ਅਰਥ ਸ਼ਾਮ ਨੂੰ ਨਹੀਂ ਆਖਿਆ ਜਿਵੇਂ ਸ਼ਾਮ ਹੋ ਗਈ ਹੈ, ਇਹ ਤੇ ਸ਼ਾਮ ਦੇ ਅਰਥ ਨੇ ਸ਼ਰਨ ਵਿੱਚ ਆ ਗਏ ਹਾਂ, ਥੱਕ ਗਏ ਹਾਂ, ਬੜੀ ਭੜਕਣਾ ਅਸੀਂ ਦੇਖ ਲਈ, ਦਰ ਦਰ ਦੀਆਂ ਠੋਕਰਾਂ ਅਸੀਂ ਖਾ ਲੀਆਂ, ਪਰ ਹੁਣ ਕਿਰਪਾ ਕਰਕੇ ਬਖਸ਼ ਲਓ, ਸਾਡੀ ਜਿਹੜੀ ਭੜਕਣਾ ਹੈ ਉਹ ਤੁਸੀਂ ਖਤਮ ਕਰ ਦਿਓ। ਇਹ ਵਿਚਾਰ ਆਪਾਂ ਕਈ ਦਫਾ ਸ਼ਰਵਣ ਕੀਤੀ ਹੈ। ਤੇ ਅਗਲੇ ਬਚਨ ਨੇ ਗੁਰੂ ਸਾਹਿਬ ਜੀ ਦੇ, ਵੈਸਾਖ ਧੀਰਨ ਕਿਉਂ ਵਾਢੀਆਂ। ਵਾਢੀਆਂ ਦੇ ਅਰਥ ਨੇ ਵਿਛੜੀਆਂ ਹੋਈਆਂ। ਗੁਰੂ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਵੈਸਾਖ ਮਹੀਨੇ ਦੁਆਰਾ, ਵੈਸਾਖ ਸੁਹਾਵਾ ਸਾ ਭਲਾ, ਸਾਖਾ ਹਰੇ। ਇਹ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ। ਵੈ ਪਲੱਸ ਸਾਖ, ਸਾਖ ਦੇ ਅਰਥ ਹੁੰਦੇ ਨੇ ਸਾਖਾਵਾਂ, ਭਾਵ ਜਿਵੇਂ ਇੱਕ ਦਰਖਤ ਹੈ ਉਹਦੀਆਂ ਟਾਹਣੀਆਂ ਨੂੰ ਸਾਖਾਂ ਕਹਿੰਦੇ ਨੇ। ਤੇ ਜਦੋਂ ਵੇਖੋ ਵੈਸਾਖ ਦਾ ਮਹੀਨਾ ਸ਼ੁਰੂ ਹੁੰਦਾ ਹੈ, ਬਸੰਤ ਰੁੱਤ ਲੰਘ ਕੇ ਗਈ ਹੈ ਚੇਤ ਮਹੀਨੇ ਵਿੱਚ, ਤੇ ਜਦੋਂ ਬਸੰਤ ਰੁੱਤ ਖਤਮ ਹੁੰਦੀ ਹੈ ਤਾਂ ਵਿਸਾਖ ਦੇ ਮਹੀਨੇ ਵਿੱਚ ਜਿਹੜੀ ਬਨਸਪਤੀ ਹੈ ਨਾ, ਉਹ ਫਿਰ ਨਵੀਆਂ ਲਗਰਾਂ ਫੁੱਟਦੀਆਂ ਨੇ, ਨਵੀਂ ਬਨਸਪਤੀ ਸ਼ੁਰੂ ਹੁੰਦੀ ਹੈ, ਫੁੱਲ ਪੌਦੇ ਸਭ ਖਿੜਦੇ ਨੇ। ਇਸੇ ਤਰ੍ਹਾਂ ਮੇਰੇ ਗੁਰੂ ਸਾਹਿਬ ਨੇ ਇੱਕ ਵਿਸਾਖ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ, ਤਾਂ ਕਿ ਜਿਹੜਾ ਪੁਰਾਣਾ ਜੀਵਨ ਹੈ ਲੰਘ ਚੁੱਕਿਆ ਉਹਨੂੰ ਇੱਕ ਪਾਸੇ ਕਰ ਦਿੱਤਾ। ਹੁਣ ਜੀਵਨ ਦੇ ਵਿੱਚੋਂ ਨਵੀਆਂ ਲਗਰਾਂ ਫੁੱਟਣ, ਅਧਿਆਤਮਿਕ ਜੀਵਨ ਦੇ ਵਿੱਚੋਂ ਹੁਣ ਨਾਮ ਦੇ ਝਰਨੇ ਨਿਕਲਣ। ਨਾਲੋਂ ਨਾਲ ਬੇਨਤੀ ਕਰਾਂਗੇ, ਪਾਤਸ਼ਾਹ ਕਹਿੰਦੇ ਵੈਸਾਖ ਧੀਰਨ, ਧੀਰਨ ਦੇ ਅਰਥ ਨੇ ਧੀਰਜ, ਵਿਸ਼ਵਾਸ, ਸਬਰ, ਸੰਤੋਖ। ਉਹ ਕਿੱਦਾਂ ਕਰਨ? ਕਿਉਂ? ਕਿਉਂਕਿ ਜਿੰਨਾ ਪ੍ਰੇਮ ਵਿਸ਼ੋਹ
क्योंकि उन्हां दे अंदर किस तरह ये सबर संतोख आवे, धीरज आवे, ਜਿਹੜੀਆਂ पति रूप परमात्मा दे प्रेम तो विछोह विछड़ियां हुईयां ने। वैसाख धीरन क्यों वाढिया, जिन्ना प्रेम विछोह उन्हां नूं किवें आनंद आ सकदा है। हर साजण पुरख, पुरख दे अर्थ ने व्यापक। साजन कौन है? परमात्मा वाहिगुरु। गुरु ग्रंथ ਸਾਹਿਬ महाराज जी दे विच यार शब्द भी आया है। यार शब्द सुन यार हमारे सज्जन, एक करो बेनंतियां। पर ये जिहड़ा लफज है, ये जिहड़ा शब्द है, इहदी गलत वरतों करन करके आपां वेखदे हां ये भी बदनाम हो चुके हैं। जिहड़ा मसंद लफज है वो एक सेवादार दे प्रति वरतिया जांदा सी। मसंद, मसंद प्रणाली गुरु रामदास, गुरु अमरदास साहिब जी तो शुरू हुई, तो जो चेतो मसंद वर्गे जिन्होंने गुरु गोबिंद सिंह महाराज जी गुरु घर की कार भेटा दे वास्ते संगतां विच भेजदे सन, पर वो जिहड़ी संगत की माया हुंदी सी ना, तो उहदे विचों ही कुंडी ला लैंदे सन वो। तो फिर गुरु साहब ने जो मसंदां नूं वेखिया, क्योंकि जंग कित्थों शुरू हुई, मैं वो नालों नाल आपां रोज़ रोज़ बेनती करांगे। तो सतगुरां ने देखिया भी जिहड़े मसंद ने, पहला भी मैं अर्ज कीती, हर एक बंदा पूजा का धन खांदा है जिहड़ा बंदा अपने काम ते फर्जां दे प्रति जिहड़ा सुचेत नहीं, जिहड़ा अवेसला है। मुकदी गल जिहड़ा अपने मालक नाल ठगी मारदा है, काम पूरा नहीं करदा, मेहनत पूरी लैंदा है, हर एक बंदा पूजा का धन खांदा है। कल्ला बाबियां नूं ना क्या करो, बाबे पूजा का धन खांदे, सारी दुनिया ही खा रही है। किहड़ी? वो जिहड़ा काम प्रति सुचेत नहीं। हुण जदों चेतो मसंद वर्गियां नूं गुरु गोबिंद सिंह महाराज ने देखिया कि संगत की जिहड़ी माया है ये विचों आप ही खा जाते ने, तो फिर वो मसंदा वाला खूह आनंदपुर साहब गए हो, किते देखिया किसी ने मसंदा वाला खूह? नहीं, वो नहीं वेख्या। नैणा दे भी जरूर जाके आईदा, उत्थे जिउणा मोड़ ने छाल जो मारी सी, पता नहीं किहड़ा उन्हें कप जित्तिया सी। जो क्रिकेट खेडते हैं ना, टीवी ते सारे बैठे होंदे, अद्धे इदां कुर्सियां फड़ के बैठे होंदे, पूरा जोर लग्या हुंदा है, जिवें सिद्धा कापी कहंदे साडे घर ही आउणा है। भी जिहड़ा टीम ने जितना ना क्रिकेट वाली ने, ये पता नहीं सीधा साडे घर ही आ जाऊगा। पर जो गुरुद्वारे आना होवे फिर अवेसले हो जाने हैं। मैं बेनती तां कीती सी कि मसंदा वाला खूह अज भी आनंदपुर साहब जो जायो जरूर दर्शन करियो। इत्थे जिहड़े बचन आए ने, वैसाख धीरन क्यों वाढिया, जिन्ना प्रेम विछोह, जिहड़ियां जीव रूप इस्तरियां अपने गुरु तो परमात्मा दे प्रेम तो विछड़ गईयां ने, उन्हां नूं दसो धीरज किवें बचे। पति पत्नी ने, बच्चे ने, न्याणे ने, ते मैं अर्ज करां कई दफ़ा अखां तो दूर हो जाण मन टिकदा, धीरज आउंदा। यही हुंदा भी कदों न्याणा घर आवे। घरों न्याणा काम ते जावे, माँ फिर भी अरदासां करदी है, प्यो भी कहंदा है कि सुख शांति नाल घर आ जाए। इसे तरह गुरु साहब ने परिवारक बाहरलियां उदाहरणां दे के, पति पत्नी दे रिश्तियां दीयां उदाहरणां दे के, इत्थे पति आख्या परमात्मा नूं ते पत्नी आख्या जीव आत्मा नूं। ते सतगुरु जी कहंदे हर साजन पुरख विसार कै, लगी माया तो पुरख व्यापक परमात्मा। कल मैं बेनती कीती सी कि गुरु अमरदास साहिब जी का बचन सी, बाबा जिस तू दे सोई जन पावे, पावे तां सो जन देह, जिसनों होर क्या करे विचारिया। एक भरम भूले फिरै दह दिश, भरम दे विच पए ने। गुरु साहब ने भरम भी तोड़िया। आनंदपुर साहब की धरती ते आओ, मैं अर्ज कीती सी कड़े दे संबंध विच, जिवें अजोका साडा नौजवान जिहड़ा वर्ग है ना, कई बीबियां भैणां भी होणगियां, आपां जोतसियां दे पिछे लग के सरबलोह दे कड़े छड्डते, चांदी दे कड़े फैशन दे तौर ते पाउणे शुरू कर दिते। देखो बेनती है भी जे तां किसी ने पाया होवे, विसाखी खालसा साजना दिवस मनाउण दा तां ही फायदा है। लंगर प्रशादा सेवादार बड़े चाई चाई विचारे बनाउंदे, भज्जे फिरदे। मैं देख रहा गारबे दे विच वड़ वड़ के उहनूं दब रहे ने, सेवा कर रहे ने चाई चाई तुहाडे लई। पर
ਕੇਵਲ ਲੰਗਰ ਪ੍ਰਸ਼ਾਦਾ ਤੁਹਾਡੇ ਵਾਸਤੇ, ਹੁਣ ਇਹ ਨਾ ਕਿਉਂ ਵੀ ਬਾਬਾ ਸਾਡੀਆਂ ਰੋਟੀਆਂ ਗਿਣਦਾ, ਇਹ ਵੀ ਨਾ ਹੁਣ ਕਿਤੇ ਕਹਿ ਦਿਓ। ਇਹ ਬਣਾਇਆ ਸੰਗਤ ਵਾਸਤੇ ਹੀ ਹੈ ਸਾਰਾ, ਪਰ ਇਹ ਖਾਲਸਾ ਸਾਜਨਾ ਦਿਵਸ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਇੱਥੇ ਮਨਮਤ ਛੱਡ ਕੇ ਗੁਰਮਤ ਧਾਰਨ ਕਰਕੇ ਜਾਵਾਂਗੇ। ਆਪਣੇ ਨਿਆਣਿਆਂ ਦੇ ਹੱਥਾਂ ਵਿੱਚੋਂ ਚਾਂਦੀ ਤੇ ਪਿੱਤਲ ਤਾਂਬੇ ਦੇ ਕੜੇ ਲਾਓ, ਸਰਬਲੋਹ ਦੇ ਕੜੇ ਪਾਓ। ਇੱਥੋਂ ਤੁਹਾਨੂੰ ਗੁਰਦੁਆਰਾ ਸਾਹਿਬ ਵੱਲੋਂ ਬਕਾਇਦਾ ਮਿਲਣਗੇ ਇਹ ਸਰਬਲੋਹ ਦੇ ਕੜੇ। ਸਰਬਲੋਹ ਕੀ ਰੱਛਾ ਹਮਨੇ, ਗੁਰੂ ਸਾਹਿਬ ਨੇ ਸਾਇੰਸ ਅੱਜ ਕਹਿੰਦੀ ਹੈ, ਡਾਕਟਰ ਅੱਜ ਕਹਿੰਦੇ ਨੇ ਕਿ ਆਇਰਨ ਦੀ ਘਾਟ ਹੈ, ਕੈਪਸੂਲ ਖਾਓ ਆਇਰਨ ਵਾਲੇ, ਪਰ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਸਰਬਲੋਹ ਦਾ ਕੜਾ ਬਖਸ਼ਤਾ। 24 ਘੰਟੇ ਜਦੋਂ ਇਹ ਸਰੀਰ ਨਾਲ ਘਸਣਾ ਹੈ ਤੇ ਆਇਰਨ ਦੀ ਘਾਟ ਆਪਣੇ ਆਪ ਹੀ ਪੂਰੀ ਹੋ ਜਾਣੀ ਹੈ। ਖੈਰ ਅਰਜ਼ ਕਰ ਰਿਹਾ ਸਾਂ ਕਿ ਕਲਗੀਧਰ ਦਸ਼ਮੇਸ਼ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਤੇ ਸਤਿਗੁਰਾਂ ਨੇ ਵੇਖਿਆ ਕਿ ਜਿਹੜਾ ਮੇਰਾ ਸਿੱਖ ਹੈ, ਸਿੱਖੀ ਇਹਨੇ ਧਾਰਨ ਕਰ ਲਈ ਹੈ, ਖਾਲਸਾ ਇਹ ਬਣ ਗਿਆ, ਸੱਜ ਗਿਆ, ਪਰ ਪਰਖ ਵੀ ਤਾਂ ਕਰਨੀ ਚਾਹੀਦੀ ਨਾ, ਚੈੱਕ ਵੀ ਤੇ ਕਰਨਾ ਚਾਹੀਦਾ ਵੀ ਕਿਤੇ ਅਵੇਸਲਾ ਤੇ ਨਹੀਂ ਨਾ ਹੋ ਗਿਆ। ਪੜੀ ਵੀ ਜਾਣੇ ਆ ਰੋਜ਼, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਤੇ ਕਰੀ ਵੀ ਆਪਾਂ ਵਹਿਮ ਭਰਮ ਵੀ ਸਾਰੇ ਉਦਾਂ ਹੀ ਕਰੀ ਜਾਂਦੇ ਆ। ਵੈਸੇ ਨਾ ਪਤੀ ਨਹੀਂ ਵਹਿਮ ਭਰਮ ਬਹੁਤੇ ਕਰਦਾ ਹੁੰਦਾ, ਉਹ ਫਿਰ ਘਰ ਵਾਲੀ ਬੀਬੀ ਜਦੋਂ ਕਹਿੰਦੀ ਉਹਨੂੰ ਵਿਚਾਰੀ ਨੂੰ ਫਿਰ ਕਰਨਾ ਪੈਂਦਾ। ਰੋਟੀ ਜੋ ਸ਼ਾਮ ਨੂੰ ਛਕਣੀ ਹੁੰਦੀ ਹਕੀਕਤ ਹੈ, ਘਰੇ ਵੀ ਤਾਂ ਵਾਪਸ ਆਉਣਾ ਹੈ, ਉਹਨੂੰ ਵਿਚਾਰੀ ਨੂੰ ਗੱਲ ਮੰਨਣੀ ਪੈਂਦੀ। ਉਹ ਕਰਦਾ ਨਹੀਂ, ਉਹ ਬ੍ਰਾਹਮਣਾ ਜੋਤਸ਼ੀਆਂ ਕੋਲ ਜਾਂਦਾ ਨਹੀਂ, ਬੀਬੀ ਦੀ ਗੱਲ ਮੰਨਣੀ ਪੈਂਦੀ। ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਾ ਉਸ ਸਮੇਂ ਵੇਖਿਆ ਵੀ ਦੇਖਾਂ ਖਾਲਸਾ ਅਵੇਸਲਾ ਤਾਂ ਨਹੀਂ ਹੋ ਗਿਆ ਕਿਤੇ, ਵੀ ਗੁਰੂ ਵਾਲਾ ਬਣ ਗਿਆ, ਸਿੰਘ ਸੱਜ ਗਿਆ, ਪਰ ਚੈੱਕ ਵੀ ਤਾਂ ਕਰਕੇ ਦੇਖ ਲਈਏ। ਬੱਚੇ ਸਾਰਾ ਸਾਲ ਪੜ੍ਹਦੇ ਨੇ ਤੇ ਪ੍ਰੈਕਟੀਕਲ ਹੁੰਦਾ ਨਾ, ਪੇਪਰ ਹੁੰਦੇ ਆ, ਚੈੱਕ ਹੀ ਕੀਤਾ ਜਾਂਦਾ ਵੀ ਪੜ੍ਹਦੇ ਵੀ ਹੈ ਕਿ ਉਂਝ ਖੇਡ ਕੇ ਹੀ ਮੁੜ ਜਾਂਦੇ ਨੇ। ਉਹ ਜਿਹੜਾ ਪੇਪਰ ਹੁੰਦਾ ਨਾ ਉਹ ਤੁਹਾਡੀ ਪੜ੍ਹਾਈ ਦੀ ਕਸਵੱਟੀ ਹੁੰਦੀ ਹੈ ਵੀ ਦੇਖੀਏ। ਤਾਂ ਫਿਰ ਜਦੋਂ ਗੁਰਮਤਿ ਦੀ ਗੱਲ ਆਵੇ ਤਾਂ ਗੁਰੂ ਨੇ ਵੀ ਪਰਚੇ ਪਾਏ, ਪਰ ਜਿਹੜਾ ਗੁਰੂ ਵਾਲਾ ਪੇਪਰ ਹੁੰਦਾ ਨਾ, ਇਹ ਪੇਪਰ ਤਾਂ ਸਾਲ ਲੱਗਦਾ ਫਿਰ, ਪਰ ਇਸ ਪੇਪਰ ਨੂੰ ਉਸੇ ਸਮੇਂ ਹੀ ਸੋਲਵ ਕਰਨਾ ਹੁੰਦਾ, ਉਸੇ ਵਕਤ ਹੀ ਇਹਦੇ ਵਿੱਚ ਪੂਰਾ ਉਤਰਨਾ ਹੁੰਦਾ। ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਫਿਰ ਕਈ ਵਾਰੀ ਨਾ ਹਾਸ ਰਸ ਕਰਦੇ, ਹਾਸ ਰਸ, ਕਿਉਂਕਿ ਜੇ ਇੱਥੇ ਆਪਾਂ ਗੱਲ ਕਰੀਏ ਪਰਾ ਪਸੰਤੀ ਮਧਮਾ ਬੈਖਰੀ ਬਾਣੀ ਦਸਮ ਦਵਾਰ ਈੜਾ ਪੰਗਲਾ ਸੁਖਮਨਾ, ਸਭ ਤੁਹਾਡੇ ਉੱਪਰ ਦੀ ਲੰਘ ਜੂ, ਤੁਹਾਨੂੰ ਕੁਛ ਨਹੀਂ ਪਤਾ ਲੱਗਣਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਜਟਕੀ ਬੋਲੀ ਦੇ ਵਿੱਚ ਸਮਝਾਉਂਦੇ ਸਨ। ਉਹਨਾਂ ਦੇਖਿਆ ਵੀ ਇਨਸਾਨ ਦੀ ਫਿਤਰਤ ਇਹ ਹੈ, ਜਿੰਨੀ ਇਹ ਗੱਲ ਛੇਤੀ ਹਾਸ ਰਸ ਦੇ ਵਿੱਚੋਂ ਕੈਚ ਕਰਦਾ ਨਾ, ਉਨੀ ਇਹ ਦੂਜੇ ਢੰਗ ਨਾਲ ਨਹੀਂ ਕਰਦਾ। ਤਾਂ ਸਤਿਗੁਰਾਂ ਨੇ ਇੱਕ ਹਾਸ ਰਸ ਦਾ ਕੌਤਕ ਰਚਿਆ, ਕਿਉਂਕਿ ਇਹ ਤਾਂ ਪ੍ਰਾਚੀਨ ਆਦਿ ਕਾਲ ਤੋਂ ਚੱਲਿਆ ਆ ਰਿਹਾ ਹੈ ਕਿ ਅਨਪੜ੍ਹਤਾ ਤੇ ਭਰਮ ਦਾ ਬਹੁਤ ਨੇੜਤਾ ਹੈ। ਅਨਪੜ੍ਹਤਾ ਤੇ ਭਰਮ ਦੀ ਨਾ ਬਹੁਤ ਨੇੜਤਾ ਹੈ। ਹੁਣ ਤੇ ਪੜ੍ਹੇ ਲਿਖੇ ਵੀ ਭਰਮ ਬਹੁਤ ਕਰਦੇ ਨੇ, ਪਰ ਅਨਪੜ੍ਹ ਬੰਦੇ ਨੂੰ ਵਿਚਾਰੇ ਨੂੰ ਜਿੱਦਾਂ ਤੁਸੀਂ ਕਹਿ ਦਿਓਗੇ ਅੰਦਰੋਂ ਭੋਲਾ ਹੁੰਦਾ ਹੈ, ਉਹਨੂੰ ਜਿੱਦਾਂ ਕਹੋਗੇ ਨੇ ਉਦਾਂ ਹੀ ਕਰ ਲੈਣਾ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਕਿ ਖਾਲਸੇ ਦੀ ਪਰਖ ਭਾਵੇਂ ਹੋ ਚੁੱਕੀ ਸੀ ਖੰਡੇ ਬਾਟੇ ਦੀ ਪੌਲ ਤੋਂ ਬਾਅਦ, ਉਹ ਸਭ ਤੋਂ ਵੱਡੀ ਪਰਖ ਸੀ, ਪਰ ਨਾਲੋਂ ਨਾਲ ਗੁਰੂ ਸਾਹਿਬ ਜੀ ਸੁਚੇਤ ਕਰਦੇ ਰਹਿੰਦੇ ਸਨ। ਜੋ ਦੇਖਿਆ ਕਿ ਜਿਹੜੇ ਆਨੰਦਪੁਰ ਦੇ ਵਾਸੀ ਨੇ, ਜਿੰਨੀ ਵੀ ਲੋਕਾਈ ਇੱਥੇ ਆਉਂਦੀ ਹੈ ਸੰਗਤ ਰੂਪ ਵਿੱਚ, ਇਹ ਵਹਿਮਾਂ ਭਰਮਾਂ ਦੇ ਵੀ ਨਾਲੋਂ ਨਾਲ ਸ਼ਿਕਾਰ ਹੋ ਰਹੇ ਨੇ। ਜਿਹੜੇ ਬ੍ਰਾਹਮਣ ਚਲਾਕ ਲੋਕ ਸਨ, ਜਿਨ੍ਹਾਂ ਨੇ ਕੇਵਲ ਤੇ ਕੇਵਲ ਧਰਮ ਦਾ ਮਖੌਟਾ ਪਾਇਆ ਸੀ, ਕਈ ਦਫਾ ਨਾ ਮੇਰੇ ਵਰਗਾ ਸ਼ਰਧਾ ਦਾ ਮਖੌਟਾ ਕੱਲਾ ਪਾ ਲੈਂਦਾ, ਪਰ ਅੰਦਰੋਂ ਨਹੀਂ ਉਹ ਗੁਰੂ ਨਾਲ ਜੁੜਿਆ ਹੁੰਦਾ। ਇਸ ਲਾਈਨ ਵਿੱਚ ਮੈਂ ਵੀ ਹੋ ਸਕਦਾ, ਪਰ ਸਤਿਗੁਰਾਂ ਨੇ ਦੇਖਿਆ ਦਿਨ ਰਾਤ ਇਹ ਲੁੱਟ ਰਹੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਹੇ ਨੇ। ਕਈ ਪੰਡਤ ਵੀ ਦੀਵਾਨ ਵਿੱਚ ਆਉਂਦੇ ਸਨ, ਤਾਂ ਸਤਿਗੁਰਾਂ ਨੇ ਇੱਕ ਹਾਸ ਰਸ ਦਾ ਕੌਤਕ ਰਚਿਆ। ਇੱਕ ਪੰਡਤ ਨੂੰ ਬੁਲਾਇਆ ਕਿ ਭਾਈ ਤੂੰ ਕੱਲ ਨੂੰ ਨਾ ਸ਼ਨਿਚਰਵਾਰ ਨੂੰ, ਵੈਸੇ ਜਿਹੜਾ ਸ਼ਨੀਵਾਰ ਹੈ ਨਾ, ਇਹ ਸ਼ਨੀਵਾਰ ਖਿਮਾ ਕਰਿਓ, ਇਹ ਸਨਾਤਨੀ ਮਤ ਦਾ ਲਫ਼ਜ਼ ਹੈ। ਸ਼ਨੀਵਾਰ ਗੁਰਬਾਣੀ ਵਿੱਚ ਕਿਤੇ ਵੀ ਸ਼ਨੀਵਾਰ ਨਹੀਂ ਆਇਆ,
ਗੁਰਬਾਣੀ ਵਿੱਚ ਆਇਆ ਛਿਨਿਚਰਵਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਇਆ ਬਕਾਇਦਾ ਛਿਨਿਚਰਵਾਰ, ਕਿਉਂਕਿ ਲੋਕਾਂ ਨੇ ਡਰਦਿਆਂ ਨੇ ਦਿਨਾਂ ਦੇ ਨਾਮ ਵੀ ਦੇਵਤਿਆਂ ਦੇ ਨਾਮ ਤੇ ਰੱਖ ਲਏ ਸਨ। ਸ਼ਨੀ ਦੇਵਤਾ, ਹੋਰ ਮੰਗਲਵਾਰ ਨੂੰ ਮੰਗਲਵਾਰ ਵਾਲਾ ਵੀ ਦੇਵਤਾ ਹਨੂਮਾਨ ਰੱਖ ਲਿਆ, ਵੀ ਜੇ ਕਿਸੇ ਤੇ ਵਿਪਤਾ ਪਵੇ ਉਹ ਮੰਗਲਵਾਰ ਨੂੰ ਹਨੂਮਾਨ ਨੂੰ ਬੂੰਦੀ ਚੜਾਵੇ, ਲੱਡੂ ਚੜਾਵੇ। ਕਈ ਤੇ ਪੇਪਰਾਂ ਵੇਲੇ ਹਨੂਮਾਨ ਨੂੰ ਲੱਡੂ ਚੜਾਉਂਦੇ। ਹਨੂਮਾਨ ਨੂੰ ਵੀ ਪੁੱਛ ਲਓ ਵਿਚਾਰੇ ਨੂੰ ਵੀ ਤੂੰ ਕਿਹੜੇ ਰਣਵੀਰ ਕਾਲਜ 'ਚ ਪੜ੍ਹਦਾ ਰਿਹਾ ਵੀ ਜਿਹੜਾ ਸਾਨੂੰ ਪਾਸ ਕਰ ਦੇਂਗਾ। ਲੋਕ ਐਦਾਂ ਵਹਿਮਾਂ ਭਰਮਾਂ ਵਿੱਚ ਪਏ ਹੁੰਦੇ ਸਨ। ਪਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਦੇਖਿਆ ਸਿੱਖ ਤੇ ਭਰਮ ਕੀ, ਸਿੱਖ ਤੇ ਭਰਮ ਕੀ। ਵੇਖੋ ਜੀ, ਮੇਰਾ ਤਾਂ ਸੁਭਾਅ ਗੁਰੂ ਨੇ ਸਿੱਧਾ ਜਿਹਾ ਬਣਾਇਆ, ਸਿੱਧਾ ਜਿਹਾ ਬੋਲਣਾ, ਕਿਉਂਕਿ ਗੁਰਬਾਣੀ ਦੇ ਵਿੱਚ ਕੋਈ ਵਿੰਗ ਬਲਾਵਾ ਨਹੀਂ। ਜੇ ਮੈਂ ਹੁਣ ਆਈ ਸੋਚੀ ਜਾਵਾਂ ਕਥਾ ਵਿੱਚ ਵੀ ਉਹ ਨਾ ਗੁੱਸੇ ਹੋ ਜੇ, ਉਹ ਭੈਣਾਂ ਨਾ ਗੁੱਸੇ ਹੋ ਜਾਣ, ਫਿਰ ਇਹਦਾ ਮਤਲਬ ਮੈਂ ਗੁਰੂ ਦੀ ਗੱਲ ਕਦੀ ਵੀ ਕਰ ਨਹੀਂ ਸਕਾਂਗਾ। ਇੱਕ ਹੋਰ ਬੇਨਤੀ ਕਰਾਂ, ਇਹ ਸਟੇਟਮੈਂਟ ਬਿਲਕੁਲ ਗਲਤ ਹੈ ਜਦੋਂ ਆਪਾਂ ਕਹਿੰਦੇ ਆ ਸੱਚ ਕੌੜਾ। ਜਦੋਂ ਮੈਂ ਮਹਿਸੂਸ ਕੀਤਾ ਨਾ, ਸੱਚ ਕੌੜਾ ਨਹੀਂ ਹੁੰਦਾ, ਸੱਚ ਹਮੇਸ਼ਾ ਲੱਗਦਾ ਹੁੰਦਾ ਹੈ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ। ਸੱਚ ਕੌੜਾ ਨਹੀਂ, ਕਿਉਂਕਿ ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਆਈਆਂ। ਸੱਚ ਹਮੇਸ਼ਾ ਲੱਗਦਾ ਹੈ, ਭਾਵ ਸੱਚ ਉੱਥੇ ਹੀ ਜਾ ਕੇ ਲੱਗਦਾ ਹੈ ਜਿਸ ਦੇ ਅੰਦਰ ਝੂਠ ਹੋਵੇ, ਭਾਵੇਂ ਮੈਂ ਹੋਵਾਂ, ਕੋਈ ਵੀ ਹੋਵੇ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਬ੍ਰਾਹਮਣ ਨੂੰ ਬੁਲਾਇਆ, ਕੋਲ ਸੱਦ ਕੇ ਉਹਨੂੰ ਛਿਨਿਚਰਵਾਰ ਵਾਲੇ ਦਿਨ ਬਣਾਇਆ। ਛਿਨਿਚਰਵਾਰ ਵਾਲਾ ਦਿਨ ਸੀ, ਆ ਗਿਆ। ਉਹਨੂੰ ਕਹਿੰਦੇ ਲੈ ਭਰਾਵਾ, ਆ ਲੈ ਤੇਲ ਦਾ ਪੀਪਾ ਫੜ ਲੈ, ਜਾਂ ਤੇਲ ਦਾ ਕੋਈ ਲੋਟਾ ਆ ਤੈਨੂੰ ਦਿੱਤਾ। ਮਾਹਾਂ ਦੀ ਦਾਲ ਦੇਤੀ, ਕੁਝ ਕੁ ਲੋਹਾ ਦੇਤਾ ਉਹਨੂੰ। ਹੁਣ ਉਹਨੂੰ ਕੀ ਪਤਾ ਸੀ ਵੀ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬਾਹਮਣ ਹੋਰ ਤਿੜ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸ਼ਨੀ ਦੇਵਤੇ ਤੋਂ ਡਰਦੇ ਨੇ। ਔਰ ਹੋਰ ਚੰਬਲ ਗਿਆ, ਉਹ ਕਹਿਣ ਲੱਗਾ ਮਹਾਰਾਜ ਫਿਕਰ ਨਾ ਕਰੋ, ਤੁਹਾਡਾ ਛਿਨਿਚਰਵਾਰ ਟਲ ਜੇਗਾ, ਤੁਹਾਡੇ ਤੇ ਕੋਈ ਵਿਪਤਾ ਨਹੀਂ ਆਉਣੀ। ਪਾਤਸ਼ਾਹ ਜੀ ਕਹਿੰਦੇ ਸਾਡੇ ਤੇ ਨਾ ਆਉਣੀ, ਹੁਣ ਤੇਰੇ ਤੇ ਆਉਣ ਵਾਲੀ ਆ, ਉਹ ਧਿਆਨ ਰੱਖੀ। ਲੈ ਕੇ ਉਹ ਮਾਹਾਂ ਦੀ ਦਾਲ ਤੇ ਲੈ ਕੇ ਉਹ ਤੇਲ, ਕੁਝ ਲੋਹਾ, ਲੋਹੇ ਦੀ ਕੜਾਹੀ ਵੀ ਹੋ ਸਕਦੀ ਹੈ, ਤੁਰ ਪਿਆ। ਤੇ ਜਿਉਂ ਹੀ ਉਹ ਗੇਟੋਂ ਬਾਹਰ ਗਿਆ ਨਾ ਆਨੰਦਪੁਰ ਸਾਹਿਬ ਤੋਂ, ਤੇ ਸਿੰਘ ਉੱਥੇ ਖਲੋਤੇ ਸਨ। ਉਹ ਕਹਿਣ ਲੱਗੇ ਪੰਡਿਤ ਮਹਾਰਾਜ ਕਿੱਧਰ ਚੱਲੇ ਹੋ? ਉਹਦਾ ਮੱਥਾ ਜਿਹਾ ਠਣਕਿਆ ਵੀ ਹੱਥ ਵਿੱਚ ਬਰਛੇ ਪਕੜੇ ਨੇ, ਐਨ ਪੂਰੇ ਤਿਆਰ ਬਰਤਿਆਰ ਨੇ ਵੀ ਇਹ ਹੋਰ ਹੀ ਨਾ ਕੋਈ ਪੰਗਾ ਪਾ ਦੇਣ। ਉਹ ਕਹਿੰਦਾ ਕਿੱਧਰ ਚੱਲੇ ਹੋ ਪੰਡਿਤ ਮਹਾਰਾਜ? ਤੇ ਉਹ ਨਾਲ ਦੀ ਨਾਲ ਕਹਿੰਦਾ ਚੱਲਣਾ ਕਿੱਧਰੋਂ ਆ, ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਆਹ ਚੀਜ਼ਾਂ ਛਿਨਿਚਰਵਾਰ ਵਾਲੇ ਦਿਨ ਮੈਨੂੰ ਦਾਨ ਕੀਤੀਆਂ ਨੇ, ਕਿਉਂਕਿ ਉਹਨਾਂ ਦੇ ਉੱਪਰ ਸ਼ਨੀ ਦੇਵਤਾ ਭਾਰੂ ਪੈਣ ਵਾਲਾ ਹੈ। ਤੇ ਇਹ ਜਿਹੜਾ ਪੂਜਾ ਦਾ ਧਨ ਹੈ ਨਾ, ਇਹ ਸਿੱਖੋ ਤੁਸੀਂ ਨਹੀਂ ਇਹਨੂੰ ਹਾਜ਼ਮ ਕਰ ਸਕਦੇ। ਇਹ ਸ਼ਨੀ ਦੇਵਤਾ ਹੁਣ ਤੁਹਾਡੇ ਤੇ ਕੋਈ ਅਸਰ ਨਹੀਂ ਕਰੇਗਾ। ਬੜੀਆਂ ਜਗ੍ਹਾਵਾਂ ਤੇ ਗੁਰੂ ਕਿਰਪਾ ਸਦਕਾ ਗਿਆ, ਆਸਟ੍ਰੇਲੀਆ ਵੀ ਰਿਹਾ ਮੈਂ ਕਾਫੀ ਸਾਲ, ਬਹੁਤ ਵੱਡਾ ਉੱਥੇ ਗੁਰਦੁਆਰਾ ਹੈ। ਜਦੋਂ ਮੈਲਬੌਰਨ ਉਹ ਬੜੇ ਵੱਡੇ ਫਰੀਵੇ ਤੇ ਹਾਈਵੇ ਤੇ ਸਿਡਨੀ ਨੂੰ ਜੋ ਜਾਂਦੇ ਆ, ਬਹੁਤ ਵੱਡਾ ਅਸਥਾਨ ਨੇ। ਪਰ ਉੱਥੇ ਵੀ ਛਿਨਿਚਰਵਾਰ ਨੂੰ ਬੜੀ ਮਾਹਾਂ ਦੀ ਦਾਲ ਚੜ੍ਹਦੀ, ਤੇਲ ਦੀਆਂ ਬੋਤਲਾਂ। ਮੈਂ ਸੋਚਾਂ ਵੀ ਬੜੀ ਸੰਗਤ ਪਿਆਰ ਵਾਲੀ ਹੈ। ਉਹ ਇੱਕ ਕਹਿੰਦਾ ਪਿਆਰ ਵਾਲੀ ਨਹੀਂ, ਇਹ ਸ਼ਨੀ ਦੇਵਤੇ ਤੋਂ ਡਰਦੇ ਨੇ। ਇਹ ਮਾਹਾਂ ਦੀ ਦਾਲ, ਕੋਈ ਮਸਰਾਂ ਦੀ ਨਾ ਚੜਾਵੇ, ਪੀਲੀ ਦਾਲ, ਮਾਹਾਂ ਦੀ ਦਾਲ, ਸਰੋਂ ਦਾ ਤੇਲ, ਫਿਰ ਕੇਲੇ ਚੜਾਉਣੇ ਬੁੱਧਵਾਰ ਨੂੰ ਪੀਲੇ ਰੰਗ ਦੇ, ਚੜਾਓ ਗੁਰੂ ਘਰ, ਤੇਲ ਲਿਆਓ, ਦਾਲਾਂ ਲਿਆਓ, ਗੁਰਦੁਆਰਾ ਸਾਹਿਬ 'ਚ ਲਿਆਓ। ਪਰ ਦਿਮਾਗ ਦੇ ਵਿੱਚ ਭਰਮ ਰੱਖ ਕੇ ਨਹੀਂ ਲਿਆਉਣਾ। ਗੁਰੂ ਘਰ ਸਮੱਗਰੀ ਲਿਆਉਣੀ ਹੈ, ਆਪਾਂ ਹੀ ਇਹ ਲੰਗਰ ਪਾਣੀ ਛਕਣਾ ਹੈ। ਪਰ ਇਹ ਅਸੀਂ ਉਹਨਾਂ ਦੇ ਆਖੇ ਵਹਿਮ ਭਰਮ ਕਿਉਂ ਕਰਦੇ ਹਾਂ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਚੈਲੰਜ ਨਹੀਂ ਕਰ ਰਹੇ ਕਿ ਪਾਤਸ਼ਾਹ ਤੁਸੀਂ ਭਰਮ ਤੋਂ ਸਾਨੂੰ ਰੋਕਦੇ ਹੋ ਤੇ ਅਸੀਂ ਭਰਮ ਹੀ ਇੱਥੋਂ ਸ਼ੁਰੂ ਕਰਦੇ ਹਾਂ ਆ ਕੇ। ਹੁਣ ਜਦੋਂ ਉਸ ਬ੍ਰਾਹਮਣ ਨੂੰ ਘੇਰ ਲਿਆ ਨਾ ਸਿੰਘਾਂ ਨੇ, ਉਹ ਕਹਿੰਦਾ ਵੀ ਇਹ ਤੁਹਾਡੇ ਨਹੀਂ ਹਾਜ਼ਮ ਆਉਣਾ। ਇਤਿਹਾਸ ਇਹ ਲਿਖਦਾ ਕਿ ਉਹਨਾਂ ਨੇ ਮਾਹਾਂ ਦੀ ਦਾਲ ਵੀ ਖੋਹ ਲਈ
ਉਹ ਲੋਹੇ ਦੀ ਜਿਹੜੀ ਕੜਾਈ ਸੀ ਉਹ ਵੀ ਖੋਹ ਲਈ, ਤੇ ਜੋ ਕੁਝ ਉਹਨੂੰ ਦਿੱਤਾ ਸੀ ਉਹ ਸਾਰਾ ਖੋਹ ਕੇ ਤੇ ਦੋ ਮਾਰੇ ਗਰਦਨ 'ਚ ਥੱਪੜ, ਕਹਿੰਦੇ ਜਾ ਇੱਥੋਂ ਤੁਰਦਾ ਬਣ। ਤੇ ਉਹ ਲਿਆ ਕੇ ਮਾਹਾਂ ਦੀ ਦਾਲ ਆਦਿਕ ਤੇਲ ਵਿੱਚ ਪਾ ਕੇ ਉਹਨੂੰ ਤਲਿਆ ਤੇ ਬਣਾ ਕੇ ਭੋਜਨ ਛਕ ਲਿਆ। ਤੇ ਉਹ ਜਿਹੜਾ ਲੋਹਾ ਸੀ ਥੋੜਾ ਬਹੁਤਾ ਉਹਨੂੰ ਵੀ ਕੁੱਟਿਆ, ਤੇ ਮਿਸਤਰੀ ਕਾਰੀਗਰ ਉੱਥੇ ਹੁੰਦੇ ਹੀ ਸਨ, ਅਨੰਦਪੁਰ ਸਾਹਿਬ ਵਸ ਗਿਆ ਸੀ। ਉਹਦੇ ਫਿਰ ਕੜੇ ਬਣਾ ਲਏ, ਕੜੇ ਹੱਥਾਂ ਦੇ ਵਿੱਚ ਪਾਏ, ਦੀਵਾਨ ਸਜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਕਹਿਣ ਲੱਗੇ, ਤੁਸੀਂ ਜਾਗਦੇ ਹੋ, ਵੇਖਣਾ ਸੀ ਮੈਂ ਵੀ ਤੁਸੀਂ ਕਿਤੇ ਸੁੱਤੇ ਤਾਂ ਨਹੀਂ ਪਏ। ਜੇ ਸੁੱਤੇ ਪਏ ਹੁੰਦੇ ਤਾਂ ਉਹਨਾਂ ਨੇ ਪੰਡਿਤ ਮਹਾਰਾਜ ਨੂੰ ਮੱਥਾ ਟੇਕਣਾ ਸੀ, ਪਰ ਤੁਸੀਂ ਜਾਗਦੇ ਜੇ। ਉਹ ਜਿਹੜੇ ਕੜੇ ਹੱਥਾਂ ਵਿੱਚ ਪਾਏ ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ, ਇਹ ਜਿਹੜਾ ਕੜਾ ਹੈ ਨਾ, ਜਦੋਂ ਵੀ ਤੁਸੀਂ ਪੁੰਨ ਕਰੋਗੇ ਉਦੋਂ ਵੀ ਤੁਹਾਡੇ ਅੱਗੇ ਆਏਗਾ ਕਿ ਮੇਰੇ ਗੁਰੂ ਦਾ ਕੜਾ ਵੀ ਪਰਉਪਕਾਰ ਤੋਂ ਭੱਜਣਾ ਨਹੀਂ। ਪਰ ਜਦੋਂ ਵੀ ਕਿਤੇ ਤੁਸੀਂ ਮਾੜਾ ਕੋਈ ਕਰਮ ਕਰੋਗੇ, ਹੱਥ ਥੱਲੇ ਕਰਾਂਗੇ ਨਾ, ਕੜੇ ਨੇ ਨਾਲ ਦੀ ਨਾਲ ਇੱਥੇ ਆ ਜਾਣਾ। ਚਾਂਦੀ ਦਾ ਕੜਾ ਥੋੜੀ ਥੱਲੇ ਨੂੰ ਆਊ, ਮੇਰੇ ਖਿਆਲ 'ਚ 100 ਗ੍ਰਾਮ ਨਹੀਂ ਉਹਦਾ ਭਾਰ ਹੋਣਾ। ਜੇ ਪਾਇਆ ਹੋਊ ਸਰਬਲੋਹ ਦਾ ਤੇ ਉਹਨੇ ਆਪਣੇ ਆਪ ਹੀ ਥੱਲੇ ਆਉਣਾ ਹੈ। ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ, ਇਹ ਜਿਹੜਾ ਕੜਾ ਹੈ ਇਹ ਭਰਮ ਗੜ ਤੋੜਨ ਵਾਸਤੇ ਹੈ। ਜਿਹੜਾ ਸਿੱਖ ਹੱਥ ਵਿੱਚ ਕੜਾ ਪਾ ਕੇ ਵਹਿਮ ਭਰਮ ਕਰਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਕਾਰਾਂ ਨੂੰ ਚੈਲੰਜ ਕਰ ਰਿਹਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੋਕਿਆ। ਇਹ 5 ਕਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਾਨੀ ਵਜੋਂ, ਆਪਾਂ ਨਿਸ਼ਾਨੀ ਉਹਨੂੰ ਦਿੰਨੇ ਆ ਜਿਹਦੇ ਨਾਲ ਅਤੀ ਸਨੇਹ ਹੋਵੇ। ਇਹ ਗੁਰੂ ਨੇ ਸਾਨੂੰ ਦਿੱਤੀਆਂ ਇਹ ਨਿਸ਼ਾਨੀਆਂ। ਇਹ ਕਕਾਰ ਸਭ ਤੋਂ ਵੱਡਾ ਸ਼ਿੰਗਾਰ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਬਖਸ਼ਿਸ਼ ਕੀਤਾ ਹੈ, ਜਿਹੜਾ ਉਹ ਮਾਲਕ ਵਾਹਿਗੁਰੂ ਵਿਆਪਕ ਹੈ। ਕੱਲ ਆਪਾਂ ਅਰਜ਼ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ। ਤੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਆਉਂਦੇ ਸਨ, ਪਰ ਉੱਪਰਲੇ ਮਨ ਕਰਕੇ ਆਉਂਦੇ ਸਨ। ਸਤਿਗੁਰਾਂ ਨੇ 2 ਮਸੰਦਾਂ ਦੀ ਡਿਊਟੀ ਲਾਈ ਗੁਰੂ ਪਿਤਾ ਜੀ ਨੇ ਨੰਦ ਚੰਦ ਦੀ, ਕਿ ਨਗਾਰਾ ਤਿਆਰ ਕੀਤਾ ਜਾਏ। ਨਗਾਰਾ ਬਣ ਕੇ ਤਿਆਰ ਹੋ ਗਿਆ, ਨਗਾਰੇ ਤੇ ਚੋਟ ਲੱਗੀ, ਤੇ ਜਿਹੜਾ ਕਹਿਲੂਰ ਦਾ ਰਾਜਾ ਸੀ ਭੀਮ ਚੰਦ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਤੇ ਫਤਿਹ ਸ਼ਾਹ ਜਿਹੜਾ ਰਾਜਾ ਸੀ ਹੰਡੂਰ ਦਾ, ਇਹ ਜਿੰਨੇ ਵੀ ਰਾਜੇ ਸੀ ਨਾ, ਜਿਹੜਾ ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਉਹਦੇ ਰਾਹੀਂ ਸਤਿਗੁਰੂ ਜੀ ਪੌਂਟਾ ਸਾਹਿਬ ਗਏ ਸਨ, ਪੌਂਟਾ ਸਾਹਿਬ ਸ਼ਹਿਰ ਵਸਿਆ। ਖੈਰ ਕਹਿੰਦੇ ਜਦੋਂ ਨਗਾਰਾ ਬਣ ਕੇ ਤਿਆਰ ਹੋ ਗਿਆ, ਨਗਾਰਾ ਜਦੋਂ ਵੱਜ ਗਿਆ, ਤੇ ਜਿਹੜੇ ਉਸ ਸਮੇਂ ਕੁਝ ਕੁ ਗੁਰੂ ਕੋਲ ਰਹਿੰਦੇ ਸਨ ਸਰੀਰ ਕਰਕੇ, ਪਰ ਮਨ ਕਰਕੇ ਡਰੇ ਸਨ, ਗੁਰੂ ਤੇ ਵਿਸ਼ਵਾਸ ਨਹੀਂ ਸੀ। ਗੱਲ ਕੱਲੀ ਉਹਨਾਂ ਦੀ ਨਾ ਕਰੀਏ, ਗੱਲ ਆਪਣੀ ਵੀ ਹੈ। ਉਹ ਗੁਰੂ ਕੋਲ ਰਹਿ ਕੇ ਡਰਦੇ ਸਨ, ਕਹਿੰਦੇ ਨਗਾਰਾ ਨਾ ਵਜਾਓ। ਮਾਤਾ ਜੀ ਦੇ ਕੋਲ ਜਾ ਕੇ ਵੀ ਸ਼ਿਕਾਇਤ ਕੀਤੀ, ਇਤਿਹਾਸ ਸੁਣਿਆ ਤੁਸੀਂ? ਕਹਿੰਦੇ ਜੀ ਅਜੇ ਕੁਝ ਸਮਾਂ ਹੋਇਆ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਇਆ, ਨਗਾਰੇ ਵੱਜਣਗੇ, ਭੀਮ ਚੰਦ ਰਾਜਾ ਜਿਹੜਾ ਉਹ ਗੁੱਸੇ ਹੋਵੇਗਾ, ਉਹਦੇ ਨਾਲ ਜੰਗ ਵੀ ਹੋ ਸਕਦੀ ਹੈ। ਮਾਤਾ ਜੀ ਵੀ ਆਏ, ਉਹ ਕਹਿੰਦੇ ਪੁੱਤਰ ਸਭ ਕੁਝ ਜਾਣਦਾ ਹੈ, ਪਰ ਫਿਰ ਵੀ ਉਹ ਬਾਰ-ਬਾਰ ਕਹਿਣ ਤੇ ਮਾਤਾ ਜੀ ਕਹਿਣ ਲੱਗੇ, ਜਿਹੜੇ ਹੌਲੇ ਮਨਾਂ ਵਾਲੇ ਨੇ ਉਹ ਡਰਦੇ ਨੇ, ਪੁੱਤਰ ਜੀ ਵੀ ਨਗਾਰਾ ਨਾ ਵਜਾਓ, ਕਿਤੇ ਭੀਮ ਚੰਦ ਰਾਜੇ ਵਰਗੇ ਹਮਲਾ ਨਾ ਕਰ ਦੇਣ, ਗੁਰੂ ਘਰ ਦੇ ਵਿਰੋਧੀ ਨੇ। ਤਾਂ ਕਵੀ ਸੰਤੋਖ ਸਿੰਘ ਨੇ ਉਹ ਪੰਕਤੀਆਂ ਲਿਖੀਆਂ, ਕਹਿੰਦੇ ਪ੍ਰਥਮ ਕਾਹੂ ਸਿਓ ਨਹੀਂ ਬੈਰ। ਪ੍ਰਥਮ ਦੇ ਅਰਥ ਹੁੰਦੇ ਨੇ ਪਹਿਲਾਂ। ਅਰਦਾਸ ਤੁਸੀਂ ਕਰਦੇ ਹੋ ਨਾ, ਪ੍ਰਥਮ ਭਗਉਤੀ ਸਿਮਰ ਕੈ। ਇੱਥੇ ਭਗਉਤੀ ਕਿਸੇ ਦੇਵੀ ਨੂੰ ਨਹੀਂ ਆਖਿਆ, ਇੱਥੇ ਭਗਉਤੀ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ। ਤੋ ਸਤਿਗੁਰੂ ਜੀ ਕਹਿੰਦੇ ਪ੍ਰਥਮ ਕਾਹੂ ਸਿਉ ਨਹੀਂ ਬੈਰ, ਹੰਕਾਰੀ ਕੋ ਕਬੂ ਨਾ ਖੈਰ। ਪਹਿਲਾਂ ਵੈਰ ਨਹੀਂ, ਜਿਹੜਾ ਚੜ ਕੇ ਆਊਗਾ ਉਹਦੀ ਖੈਰ ਕੋਈ ਨਹੀਂ। ਭੀਮ ਚੰਦ ਰਾਜੇ ਨੇ ਸੁਣਿਆ, ਉਹਨੇ ਪੰਮੇ ਪ੍ਰੋਤ ਨੂੰ ਪੁੱਛਿਆ ਕਿ ਇਹ ਨਗਾਰਾ ਕਿੱਥੇ ਵੱਜਦਾ ਹੈ, ਤੇ ਉਹਨੇ ਬਲਦੀ ਤੇ ਹੋਰ ਤੇਰ ਪਾਇਆ। ਕਹਿੰਦੇ ਗੁਰੂ ਤੇਗ ਬਹਾਦਰ ਦਾ ਪੁੱਤਰ ਹੈ, ਜਿਹਨੂੰ ਕੁਝ ਸਮਾਂ ਪਹਿਲਾਂ ਸ਼ਹੀਦ ਕੀਤਾ ਗਿਆ ਹੈ, ਇਹ ਨਗਾਰੇ ਬਣਾ ਕੇ ਤੁਹਾਡੀ ਹਕੂਮਤ ਨੂੰ ਚੈਲੰਜ ਕਰਦਾ ਪਿਆ ਹੈ। ਕਹਿੰਦੇ ਅੱਛਾ ਆਹ ਗੱਲ ਹੈ। ਭੀਮ ਚੰਦ ਰਾਜਾ ਵੀ ਈਰਖਾ ਦੇ ਨਾਲ ਸੜ ਬਲ ਗਿਆ। ਕਿਵੇਂ ਰਾਜਾ ਰਤਨ ਰਾਏ
गुरु तेग बहादुर साहब जी के बचनों के सदका ਉਹਦਾ जन्म होया सी, माता नूं मिलिया ते किवें आनंदपुर साहब की धरती ते ਉਹ आया ते किवें फिर भीमचंद राजा गुरु गोबिंद सिंह महाराज जी दे नाल बिना गल तो लड़ाई झगड़े ते उतर आउंदा है ते गुरु गोबिंद सिंह महाराज नूं की जवाब देणगे ते किवें सतगुरु जी फिर पौंटा भंगाणी दा युद्ध हुंदा है। थोड़ा थोड़ा प्रसंग आपां आके फिर, क्योंकि अज दे दिन बाजां वाले प्रीतम माही ने खालसा साजना दिवस आपां मना रहे हैं। अर्ज कीती सी कोई इस महीने नूं वेखदा कणकां पक गईयां, कोई वेखदा महीना नवां चढ़िया, पर इस दिन खालसे दी साजना कीती गई। कल्ला गुरु गोबिंद सिंह महाराज जी ने केवल ते केवल खंडे बाटे दी पौल ही नहीं प्रगट होई, इहदे नाल सिंह भी प्रगट होया, इहदे नाल खालसे दी जन्म भूमि आनंदपुर साहिब भी प्रगट होया। इत्थे माता साहब कौर जी ਉਹ ਬਖਸ਼ਿਸ਼ਾਂ भी इत्थे प्रगट होईयां। तो पातशाह जी कहते ने हर साजन पुरख विसार कै लगी माया, तो हरी साजन नूं परमात्मा नूं विसारन करके अपनी सुरत विचों बंदे दे मन नूं माया दी पाह लग गई। माया किहड़ी है कि ये माया तां गुजरान है, इहदे नाल तां इंज कह लो साडी उपजीविका घर बार परिवार चलदा है। दुनिया दी हर एक चीज़ माया है ਜਿਹੜੀ परमात्मा ते आत्मा दे विचकार दीवार बन जी। ते ਜਿਹੜੀ माया ਜਿਹੜੇ पदार्थ ਜਿਹੜੇ सुख सहूलतां सानू गुरु कोल आउण तो रोक देण, पहलां तुर के भी गुरुद्वारे आ जांदा सी, हुण ते $40,000 दी गड्डी फिर भी छूं करके कोल दी लंघ जांदा, गड्डी भी माया बन गई। मुकदी गल ਜਿਹੜੀ चीज़ परमात्मा ते आत्मा दे विचकार दीवार ते ਉਹ हर एक चीज़ माया। सतगुरु कहते पुत्र कलत्र ना संग तना हर अबनासी, ओह जिहड़ा नास तो रहत परमात्मा, ते पुत्र कलत्र, कलत्र मैंने घर वाली पत्नी। पातशाह जी कहते दुनिया के जिन्ने भी रिश्ते नाते ने इहदे नाल जिंदगी चलदी जरूर है, जिंदगी ये बदल नहीं सकते, जिंदगी बदलेगी गुरु की बाणी दे नाल। पुत्र कलत्र ना संग धना हर अबनासी, ओ नास तो रहत परमात्मा ही तेरे नाल निभेगा। पलच पलच सगली मोई झूठे धंधे मोह, पलच दे अर्थ ने फस के खजल खवार हो के मोई मर गई सारी दुनिया। दुनिया दे पदार्थां दे विच उलझ उलझ के शरीर दी गल नहीं आत्मक तौर ते मर चुकी है। पलच पलच सगली, सगली मैंने सारी, पलच पलच सगली मोई झूठे तंदे मोह, दुनिया दे झूठ दे विच झूठे मोह दे विच फस के रब नूं विसार दिता। एक सिहर के नाम बिन अग्गे लईए खोहे, कहंदे एक परिपूर्ण परमात्मा तो बिना जो कुछ भी तू अज्ञानता वस हो के वहम भरम करदा ये सब इत्थे ही रह जाना, इहदे नाल मुख उजला नहीं होना। केवल ते केवल नाम ने तेरी सहायता करनी, गुरु दे उपदेश ने, गुरु दी समझ ने। दइयो विसार, दइयो दे अर्थ ने प्यारा प्रभु, दइयो विसार विगुचना, प्यारे प्रभु नूं विसार के, विगुचना तो भाव है खजल खुआरी पल्ले पैंदी है। दइयो विसार विगुचना प्रभ बिन अवर ना कोई, परमात्मा तो बिना सदी स्थिर इस दुनिया विच किसे ने नहीं रहना। प्रीतम चरनी जो लगे तिन की निर्मल सोए, गुरु पातशाह जी कहते प्रीतम चरनी, चरनी की गुरु का उपदेश, गुरु की बाणी नूं जदों हिरदे रूप घर विच वसा लोगे। गुरु दे चरण किहड़े ने? हुण जे कोई कहे गुरु दे चरण, कई बीबियां नूं मैं रोकिया मंजी साहब दे पावे घुटन लग जांदियां। एक नूं मैं आख्या माता ये कोई चरण ने गुरु दे? गुरु दा चरण है जन के चरण वसै मेरे हीयर है संग पुनीता दे ही। गुरु दा उपदेश जदों हिरदे विच वसेगा, गुरु दा ज्ञान, गुरु दा उपदेश ही गुरु दे चरण हन। ये जिहड़े हन ना चरण, ये शरीर है, ये पैर है, ये पैर तां अज ने ते कल खत्म हो जाणगे। इसलिए गुरु ग्रंथ साहब नूं मनण वालिओ सिखो, गुरु ग्रंथ साहब महाराज जी तो बिना ਐਵੇਂ ना हर एक दे पैरां दे विच लेलड़ियां कढो, हर एक दे पैरां दे विच ना लिटो। जे पैरां विच ही लिटना हुंदा जां लिटाउणा हुंदा
ਤਾਂ ਸਤਿਗੁਰੂ ਕਦੇ ਨਾ ਕਹਿੰਦੇ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਪੜ੍ਹੀ ਵੀ ਜਾਈਏ, ਇੱਥੋਂ ਦੇ ਨਿਆਣੇ ਬੜੇ ਤੇਜ਼ ਨੇ, ਤੇ ਜੇ ਕਿਤੇ ਇੱਥੇ ਰਹਿਣ ਵਾਲੀ ਬੀਬੀ ਵਹਿਮ ਭਰਮ ਕਰੇ, ਤੇ ਜੇ ਭਲਾ ਉਹਨੇ ਕੋਲ ਖਲੋਤੇ ਨੇ ਪਿੱਛੋਂ ਝੱਗਾ ਖਿੱਚ ਕੇ ਪੁੱਛ ਲਿਆ ਕਿ ਮਾਤਾ ਜੀ ਉੱਥੇ ਤਾਂ ਪੜ੍ਹਦੀ ਸੀ ਭਾਈ ਦੇ ਪਿੱਛੇ ਗੁਰੂ ਮਾਨਿਓ ਗ੍ਰੰਥ, ਤੇ ਇੱਥੇ ਉਹੀ ਵਹਿਮ ਭਰਮ, ਫਿਰ ਤੁਹਾਡੇ ਕੋਲ ਕੋਈ ਜਵਾਬ ਨਹੀਂ ਇਸ ਗੱਲ ਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪ੍ਰੀਤਮ, ਪ੍ਰੀਤਮ ਦੇ ਅਰਥ ਨੇ ਪਰੀਤਮ, ਤਮ ਦੇ ਅਰਥ ਨੇ ਹਨੇਰਾ। ਉਹ ਜਿਹੜਾ ਪਿਆਰਾ ਪ੍ਰਭੂ ਪ੍ਰੀਤਮ ਹੈ ਨਾ, ਉਹਨੂੰ ਹਿਰਦੇ ਵਿੱਚ ਵਸਾਉਣ ਕਰਕੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਤਮ ਸੰਸਾਰ ਚਰਨ ਗੁਰ ਲਗ ਤਰੀਐ, ਰੋਜ਼ ਪੜ੍ਹ ਦਿਓ। ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ, ਨਿਰਮਲ ਦੇ ਅਰਥ ਨੇ ਮੈਲ ਤੋਂ ਰਹਿਤ। ਇਹ ਹਿਰਦਾ ਮੈਲ ਤੋਂ ਰਹਿਤ ਹੋ ਜਾਣਾ, ਸੋਏ ਪਰਮਾਤਮਾ ਦੇ ਨਾਲ ਜੁੜਨ ਕਰਕੇ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। 2 ਮਿੰਟ ਉੱਤੇ ਮੈਂ ਤਾਂ ਲੈ ਗਿਆ ਕਿਉਂਕਿ ਜੇ ਇੱਥੇ ਸਪੀਡ ਗੱਡੀ ਦੀ 55 ਹੋਵੇ ਨਾ, ਤਾਂ 60 ਤੇ ਤਾਂ ਆਪਾਂ ਵੀ ਲਈ ਜਾਂਦੇ ਹਾਂ ਖਿੱਚ ਧੂ ਕੇ ਵੀ ਕੋਈ ਗੱਲ ਨਹੀਂ। ਇਹ ਮੈਂ ਤਾਂ ਬੇਨਤੀ ਕਰਦਾ ਵੀ 5-7 ਮਿੰਟ ਜੇ ਉੱਪਰ ਹੋ ਗਏ ਤੇ ਖਿਮਾ ਕਰਿਓ। ਪਾਤਸ਼ਾਹ ਕਹਿੰਦੇ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਨਾਨਕ ਕੀ ਪ੍ਰਭ ਬੇਨਤੀ, ਕਿਹੜਾ ਨਾਨਕ? ਪਹਿਲੇ ਪਾਤਸ਼ਾਹ 5ਵੇਂ ਜਾਮੇ ਵਿੱਚ ਆ ਕੇ ਉਪਦੇਸ਼ ਕਰ ਰਹੇ ਨੇ। ਜਾਮੇ 10 ਨੇ, ਜੋਤ ਇੱਕੋ ਹੀ ਤੁਰੀ ਆਉਂਦੀ ਹੈ। ਜੋਤ ਤੇ ਜੁਗਤ ਵਿੱਚ ਕੋਈ ਫਰਕ ਨਹੀਂ। ਅੱਖਾਂ ਨਾਲ ਵੇਖਣਾ ਹੁੰਦਾ, ਪੈਰਾਂ ਨਾਲ ਤੁਰਨਾ ਹੁੰਦਾ ਹੈ। ਗੁਰੂ ਦੀ ਜੋਤ ਨੂੰ ਮੰਨਣਾ ਤੇ ਗੁਰੂ ਦੀ ਜੁਗਤ ਵਿੱਚ ਚੱਲਣਾ ਹੈ। ਸਾਨੂੰ ਸਤਿਗੁਰੂ ਜੀ ਇਹ ਸਿਖਾਉਂਦੇ ਨੇ। ਤੋ ਪਾਤਸ਼ਾਹ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਇੱਥੇ ਸਾਨੂੰ ਤਾਂ ਮਿਲਣਾ ਜੇ ਬੇਨਤੀ ਕਰਾਂਗੇ। ਇੱਥੇ ਹੁਕਮ ਕਰਨ ਦੇ ਨਾਲ ਕੁਝ ਵੀ ਨਹੀਂ ਮਿਲਣਾ। ਇੱਥੇ ਉਦੋਂ ਹੀ ਪ੍ਰਾਪਤ ਹੁੰਦਾ ਜਦੋਂ ਤੁਸੀਂ ਆਪਣਾ ਹਿਰਦਾ ਬੇਨਤੀ ਵਾਲਾ ਬਣਾ ਲੈਂਦੇ ਹੋ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਇਹ ਬੇਨਤੀ ਕਰੋ ਕਿ ਰੱਬ ਜੀ ਪਰਮਾਤਮਾ ਜੀ ਤੁਹਾਡੀ ਪ੍ਰਾਪਤੀ ਹੋ ਜੇ। ਉਹਦੀ ਪ੍ਰਾਪਤੀ ਕੀ ਆ? ਉਹਦੇ ਉਪਦੇਸ਼ ਨੂੰ ਜੀਵਨ ਵਿੱਚ ਲਾਗੂ ਕਰਨਾ। ਗੁਰਬਾਣੀ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੀ ਹੈ। ਗੁਰਦੁਆਰਾ ਪੂਜਾ ਦਾ ਸਥਾਨ ਨਹੀਂ, ਗੁਰਦੁਆਰਾ ਹੈ ਸਿੱਖਿਆ ਦਾ ਸਥਾਨ। ਇੱਥੋਂ ਸਿੱਖਿਆ ਲੈਣੀ ਹੈ। ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ। ਇੱਥੇ ਸੰਤ ਦੇ ਤੱਤੇ ਨੂੰ ਔਂਕੜ ਅਰਥ ਬਣ ਗਏ ਗੁਰੂ। ਤੇ ਮੇਰੇ ਵਰਗਾ ਬਾਬਾ ਆਪਦੇ ਨਾਲ ਹੀ ਜੋੜ ਲੈਂਦਾ। ਵੇਖੋ ਬਾਣੀ ਵਿੱਚ ਲਿਖਿਆ ਸੰਤ ਉਹ ਗੁਰਮੁਖ ਸਤਿਕਾਰਯੋਗ ਨੇ, ਜੋ ਦਿਸੈ ਗੁਰ ਸਿੱਖੜਾ। ਕੱਲ ਵੀ ਅਰਜ਼ ਕੀਤੀ, ਜਿਨ੍ਹਾਂ ਨੇ ਗੁਰਮਤਿ ਦੀ ਗੁਰਬਾਣੀ ਦੀ ਗੱਲ ਕੀਤੀ, ਪਰ ਜਿਨ੍ਹਾਂ ਨੇ ਗੁਰਬਾਣੀ ਦੀ ਆੜ ਵਿੱਚ ਸ਼ਰਧਾ ਦਾ ਮਖੋਟਾ ਪਾ ਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਨਿਰਾਦਰੀ ਕੀਤੀ, ਉਹਦੀ ਗੱਲ ਬਾਣੀ ਕਰਦੀ ਹੈ। ਕਿਸ ਸੰਦਰਭ ਵਿੱਚ ਕਰਦੀ ਹੈ? ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਇਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਤੇ ਪੰਜਾਬ 'ਚ ਬਾਬੇ ਕਹਿੰਦੇ ਸਾਨੂੰ ਥੋੜ੍ਹੀ ਆਖਿਆ, ਤੇ ਬਨਾਰਸ ਵਾਲਿਆਂ ਨੂੰ ਆਖਿਆ, ਸਾਨੂੰ ਤਾਂ ਆਖੇ ਹੀ ਕੋਈ ਨਹੀਂ। ਪਰ ਗੁਰਬਾਣੀ ਸਭ ਨੂੰ ਕਹਿੰਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ, ਇਹ ਵੈਸਾਖ ਦਾ ਮਹੀਨਾ ਉਹਨਾਂ ਦੇ ਵਾਸਤੇ ਸੋਭਨੀਕ ਹੈ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ। ਭੇਟੈ ਦੇ ਅਰਥ ਨੇ ਮਿਲਾਪ। ਜੇ ਗੁਰੂ ਦਾ ਮਿਲਾਪ ਹੋ ਗਿਆ ਤਾਂ ਫਿਰ ਇਹ ਵੈਸਾਖ ਦਾ ਮਹੀਨਾ ਸੋਭਨੀਕ ਹੈ। ਗੁਰੂ ਦਾ ਮਿਲਾਪ ਹੋਣ ਵਾਸਤੇ ਤਿਆਰੀ ਹੋ ਚੁੱਕੀ ਹੈ। 17 ਅਪ੍ਰੈਲ ਦਿਨ ਸ਼ਨਿਚਰਵਾਰ 7 ਵਜੇ ਤੁਸੀਂ ਇੱਥੇ ਪਹੁੰਚਿਓ, ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲਾਪ ਕਰਨਾ ਹੈ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸਮੁੱਚੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਨ ਘਰ ਆਵੋ ਕਰੋ ਦੋਦਰੀਆ, ਮਾਨ ਕਰੋ ਅਭਿਮਾਨੇ ਬੋਲੋ, ਭੂਲ ਚੂਕ ਤੇਰੀ ਪ੍ਰਿਯ ਚਰੀਆ। हे ਮੇਰੇ ਮਨ ਨੂੰ ਮੋਹਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਆਸ ਕਰਦਾ ਕਿ ਤੁਸੀਂ ਮੇਰੇ ਘਰ ਦੇ ਵਿੱਚ ਫੇਰਾ ਪਾਓ।
ਮੈਂ ਆਪਣੇ ਅਭਿਮਾਨ ਦੇ ਵਿੱਚ, ਮੈਂ ਆਪਣੇ ਹੰਕਾਰ ਦੇ ਵਿੱਚ ਬੋਲਦਾ ਹਾਂ, ਪਰ ਜਿੱਦਾਂ ਦਾ ਵੀ ਹਾਂ, ਹਾਂ ਤੇਰੇ ਅਸੀਂ ਚੇਲੇ ਹਾਂ, ਤੇਰੇ ਹੀ ਪੁੱਤਰ ਧੀਆਂ ਹਾਂ। ਅਸੀਂ ਆਸ ਕਰਕੇ ਤੇਰੇ ਚਰਨਾਂ ਦੇ ਵਿੱਚ ਬੈਠੇ ਹਾਂ ਕਿ ਤੂੰ ਸਾਡੇ ਘਰ ਦੇ ਵਿੱਚ ਜੋ ਹੈ ਸਰੀਰ ਰੂਪੀ ਘਰ ਤੂੰ ਸਾਨੂੰ ਬਖਸ਼ਿਆ ਹੈ, ਇਸ ਦੇ ਵਿੱਚ ਫੇਰਾ ਪਾਵੇਗਾ। ਆਓ ਇਹੀ ਆਸ ਲੈਂਦਿਆਂ ਹੋਇਆਂ ਦੁਆਨਾ